ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਨਵਾਂ ਵਿਸ਼ਾ ਆਨੰਦ ਕਾਰਜ ਆਰੰਭ ਕਰਦੇ ਹਾਂ। ਸਿੱਖ ਪੰਥ ਵਿੱਚ ਸ਼ਾਦੀ, ਵਿਆਹ, ਮੈਰਿਜ, ਜੋ ਗ੍ਰਸਤੀ ਵਿੱਚ ਅਸੀਂ ਪ੍ਰਵੇਸ਼ ਕਰਦੇ ਹਾਂ ਅਤੇ ਪਤੀ ਪਤਨੀ ਬਣਦੇ ਹਾਂ, ਇਸਤਰੀ ਪੁਰਸ਼, ਇਹ ਕਾਰਜ ਦੀ ਜੋ ਆਰੰਭਤਾ ਹੈ, ਜੋ ਮਰਿਆਦਾ ਹੈ, ਇਸ ਨੂੰ ਅਸੀਂ ਆਨੰਦ ਕਾਰਜ ਕਹਿੰਦੇ ਹਾਂ। ਆਨੰਦ ਕਾਰਜ ਇਤਨਾ ਪਵਿੱਤਰ ਨਾਮ ਗੁਰੂ ਸਾਹਿਬ ਨੇ ਕਿਉਂ ਬਖਸ਼ਿਆ ਇਸ ਕਾਰਜ ਨੂੰ? ਜਿਸ ਗ੍ਰਸਤੀ ਕਾਰਜ ਨੂੰ ਲੋਕੀ ਮੋਹ ਮਾਇਆ ਜੰਜਾਲ ਸਮਝਦੇ ਸਨ, ਬਈ ਬੰਦਾ ਇਸਤਰੀ ਬੱਚਿਆਂ ਦੇ ਪਿਆਰ ਵਿੱਚ, ਮੋਹ ਵਿੱਚ ਫਸ ਕੇ ਅਤੇ ਜੰਜਾਲ ਵਿੱਚ ਫਸ ਜਾਂਦਾ ਹੈ, ਅਤੇ ਉਹ ਜਿਹੜਾ ਨਿਰਵਿਰਤ ਮਾਰਗ ਹੈ ਉਹਦੇ ਵਿੱਚ ਪਰਮਾਤਮਾ ਵਿੱਚ ਲੀਨਤਾ ਵਾਲੇ ਮਾਰਗ 'ਤੇ ਇਹ ਨਹੀਂ ਤੁਰ ਸਕਦਾ। ਭਾਵ ਜਿਵੇਂ ਅਸੀਂ ਹੁਣ ਵਿਸ਼ਾ ਸਮਾਪਤ ਕਰਕੇ ਹਟੇ ਹਾਂ, ਲਿਵ ਧਾਤ ਵਾਲਾ, ਤੋਂ ਭਾਵ ਲਿਵ ਵਾਲਾ ਜੋ ਮਾਰਗ ਹੈ ਉਹ ਗ੍ਰਸਤੀ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਐਸੇ ਵਿਚਾਰ ਸਾਡੇ ਭਾਰਤ ਦੇ ਵਿੱਚ ਪ੍ਰਬਲ ਸਨ। ਤਾਂ ਗੁਰੂ ਸਾਹਿਬ ਨੇ ਇਸ ਕਾਰਜ ਨੂੰ ਆਮ ਤੌਰ 'ਤੇ ਧਾਰਮਿਕ ਲੋਕ ਜਿਹੜੇ ਨੇ ਘਰ ਗ੍ਰਸਤੀ ਦਾ ਤਿਆਗ ਕਰਕੇ ਜੰਗਲਾਂ ਵੇਲਿਆਂ ਵਿੱਚ, ਗੁਫਾ ਕੰਦਰਾਂ ਵਿੱਚ ਜਾ ਕੇ ਭਗਤੀ ਕਰਨਾ ਸਮਝਦੇ ਸਨ ਕਿ ਇਹ ਠੀਕ ਹੈ, ਅਸੀਂ ਸੰਸਾਰ ਤਿਆਗ ਦਿੱਤਾ, ਮੋਹ ਮਾਇਆ ਤਿਆਗ ਦਿੱਤੀ ਸ਼ਾਦੀ ਵਿਆਹ ਨਾ ਕਰਕੇ। ਪਰ ਗੁਰੂ ਸਾਹਿਬ ਨੇ ਇਸ ਕਾਰਜ ਨੂੰ, ਜਿਸ ਨੂੰ ਇੰਨਾ ਨਿੰਦਿਤ ਮੰਨਿਆ ਗਿਆ, ਬਹੁਤ ਸਾਰੇ ਸਾਧੂ ਸੰਤ ਲੋਕ ਘਰ ਗ੍ਰਸਤੀਆਂ ਛੱਡ ਕੇ, ਮਹਾਤਮਾ ਗੌਤਮ ਬੁੱਧ ਵੀ ਆਪਣਾ ਪਰਿਵਾਰ ਛੱਡ ਕੇ, ਬੱਚਾ ਛੱਡ ਕੇ, ਜਨਾਨੀ ਛੱਡ ਕੇ, ਘਰ-ਬਾਰ ਛੱਡ ਕੇ ਚਲਾ ਗਿਆ ਸੀ। ਤੋ ਕਿੰਨੇ ਯੋਗੀ ਲੋਕ ਘਰ ਗ੍ਰਸਤੀ ਕਾਇਮ ਨਾ ਕਰਦੇ ਹੋਏ ਜੰਗਲਾਂ ਵਿੱਚ ਭਟਕਦੇ ਫਿਰੇ, ਪਰਬਤਾਂ 'ਤੇ ਭਟਕਦੇ ਫਿਰੇ। ਅਤੇ ਗੁਰੂ ਪਾਤਸ਼ਾਹ ਨੇ ਇਸ ਕਾਰਜ ਨੂੰ ਇੰਨਾ ਪਵਿੱਤਰ ਨਾਮ ਦਿੱਤਾ, ਆਨੰਦ ਕਾਰਜ। ਆਨੰਦ ਜਿਹੜਾ ਹੈ ਇਹ ਗੁਰਮਤਿ ਵਿੱਚ ਸਭ ਤੋਂ ਉੱਚੀ ਅਵਸਥਾ ਦਾ ਆਨੰਦ ਹੈ। ਇਸ ਦੇ ਵਿਪਰੀਤ ਕੋਈ ਸ਼ਬਦ ਨਹੀਂ। ਜਿਵੇਂ ਸਫੇਦ ਦਾ ਵਿਪਰੀਤ ਕਾਲਾ ਹੈ, ਜਿਸ ਤਰ੍ਹਾਂ ਭੈੜੇ ਦਾ ਵਿਪਰੀਤ ਚੰਗਾ ਹੈ, ਇਸ ਤਰ੍ਹਾਂ ਇਸ ਆਨੰਦ ਦੇ ਵਿਪਰੀਤ ਕੋਈ ਸ਼ਬਦ ਨਹੀਂ। ਆਨੰਦ ਸਦਾ ਆਨੰਦ ਹੀ ਹੈ। ਇੱਕ ਵਾਰ ਆਨੰਦ ਹੋ ਗਿਆ ਅਤੇ ਉਹ ਆਨੰਦ ਸਦਾ ਟਿਕਿਆ ਰਹਿੰਦਾ ਹੈ। ਪਰ ਅਸੀਂ ਦੇਖਦੇ ਹਾਂ ਸਮਾਜ ਵਿੱਚ ਅਸੀਂ ਕਈ ਕਿਸਮ ਦੇ ਆਨੰਦ ਮਾਣਦੇ ਹਾਂ। ਬੰਦਾ ਭੁੱਖਾ ਹੋਵੇ, ਰੋਟੀ ਲਈ ਤੜਫ ਰਿਹਾ ਹੋਵੇ, ਅਤੇ ਉਸ ਨੂੰ ਯਕਦਮ ਭੋਜਨ ਦਾ ਥਾਲ ਮਿਲ ਜਾਏ ਅਤੇ ਉਹ ਬਹੁਤ ਖੁਸ਼ੀ ਵਿੱਚ ਆਉਂਦਾ ਹੈ, ਆਨੰਦ ਵਿੱਚ ਆਉਂਦਾ, ਖਾ ਕੇ ਆਨੰਦ ਮਸਤ ਹੋ ਜਾਂਦਾ ਹੈ। ਕਿਸੇ ਬੰਦਾ ਵਿਚਾਰਾ ਠੰਡ ਹੀ ਠਿਠਰਿਆ ਹੋਵੇ, ਉਹਦੇ ਕੋਲ ਗਰਮ ਕੱਪੜੇ ਨਾ ਹੋਣ, ਤਾਂ ਉਸ ਨੂੰ ਐਸੇ ਕੋਈ ਕੱਪੜੇ ਮਿਲ ਜਾਣ ਅਤੇ ਉਹ ਠੰਡ ਠਿਠਰਦਾ, ਉਹਦੇ ਠੰਡ ਰੁਕ ਜਾਏ ਅਤੇ ਉਹ ਵੀ ਆਨੰਦ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਰੰਗ ਤਮਾਸ਼ੇ, ਕੌਤੁਕ, ਨਾਚ ਗਾਣੇ ਵੇਖ ਕੇ ਕਈ ਕਿਸਮ ਦੇ ਸੰਸਾਰੀ ਪਦਾਰਥਾਂ ਰਾਹੀਂ ਅਸੀਂ ਆਨੰਦ ਮਾਣਦੇ ਹਾਂ। ਇਹ ਵੀ ਆਨੰਦ ਹੁੰਦਾ ਹੈ, ਪਰ ਵਕਤੀ ਹੁੰਦਾ ਹੈ, ਚੰਦ ਘੜੀਆਂ ਲਈ ਹੁੰਦਾ ਹੈ। ਭੁੱਖ ਲੱਗੀ ਸੀ, ਰੋਟੀ ਮਿਲ ਗਈ, ਤ੍ਰਿਪਤ ਹੋ ਗਏ, ਕੁਝ ਲਈ ਆਨੰਦ ਮਹਿਸੂਸ ਕੀਤਾ, ਪਰ 2-4-6 ਘੰਟੇ ਬਾਅਦ ਉਹ ਭੁੱਖ ਫਿਰ ਆਉਣੀ ਹੈ, ਉਹ ਆਨੰਦ ਦੀ ਫਿਰ ਲੋੜ ਪੈਣੀ ਹੈ, ਉਹ ਆਨੰਦ ਸਦੀ ਵੀ ਨਹੀਂ ਹੈ। ਇਸ ਤਰ੍ਹਾਂ ਕਿਸੇ ਕੱਪੜੇ, ਸੂਟ ਨੂੰ ਬੜਾ ਪਸੰਦ ਕਰਕੇ ਅਸੀਂ ਸਵਾਇਆ, ਬੜਾ ਚੰਗਾ ਲੱਗਾ, ਬੜਾ ਆਨੰਦ ਮਹਿਸੂਸ ਕੀਤਾ ਉਹਨੂੰ ਪਾ ਕੇ, ਪਰ ਜਦੋਂ 2-4 ਵਾਰ ਉਸਨੂੰ ਧੋ ਲੈਂਦੇ ਹਾਂ, ਪੁਰਾਣਾ ਹੁੰਦਾ ਤਾਂ ਫਿਰ ਉਹਦੇ ਤੋਂ ਵੀ ਮਨ ਉਕਤਾ ਜਾਂਦਾ, ਫਿਰ ਉਹ ਆਨੰਦ ਉਹ ਪਹਿਲੇ ਵਾਲਾ ਨਹੀਂ ਰਹਿੰਦਾ, ਉਸ ਆਨੰਦ ਦੀ ਅਵਸਥਾ ਤਬਦੀਲ ਹੋ ਜਾਂਦੀ ਹੈ। ਸੰਸਾਰੀ ਕੋਈ ਵੀ ਜਿਹੜਾ ਪਦਾਰਥਕ ਆਨੰਦ ਹੈ ਇਹ ਸਦੀ ਵੀ ਨਹੀਂ ਹੈ, ਇਹ ਛਿਨ ਭੁੰਗਰ ਹੈ। ਕੋਈ ਸਮੇਂ ਲਈ ਹੈ, ਕੋਈ ਸਮੇਂ ਬਾਅਦ ਉਹ ਆਨੰਦ ਜਿਹੜਾ ਮੱਧਮ ਪੈ ਜਾਂਦਾ ਹੈ। ਗੁਰਮਤਿ ਇਸ ਆਨੰਦ ਦੀ ਗੱਲ ਨਹੀਂ ਕਰਦੀ। ਗੁਰਮਤਿ ਉਸ ਆਨੰਦ ਦੀ ਗੱਲ ਕਰਦੀ ਹੈ ਜਿਹੜੀ ਸਾਰੇ ਸੰਸਾਰੀ ਪਦਾਰਥਾਂ ਤੋਂ ਉੱਪਰ ਉੱਠ ਕੇ, ਇਸ ਮੋਹ ਮਾਇਆ ਦੇ ਧਾਤ ਵਾਲੇ ਮਾਰਗ ਤੋਂ ਉੱਪਰ ਉੱਠ ਕੇ, ਰੱਬੀ ਰਜ਼ਾ ਵੀ ਤੁਰ ਕੇ, ਜੋ ਪ੍ਰਭੂ ਦੇ ਭਾਣੇ ਵੀ ਤੁਰ ਕੇ ਜੋ ਆਨੰਦ ਮਹਿਸੂਸ ਹੁੰਦਾ ਹੈ, ਜੋ ਆਤਮਿਕ ਅਵਸਥਾ ਪਰਮਾਤਮਾ ਦੀ ਜੋਤ ਹੀ ਸਮਾ ਕੇ ਆਨੰਦ ਮਾਣਦੀ ਹੈ, ਬ੍ਰਹਮ ਗਿਆਨ ਦੀ ਅਵਸਥਾ ਵਿੱਚ, ਉਸ ਆਨੰਦ ਦੀ ਗੱਲ ਕੀਤੀ ਹੈ। ਇਹਦਾ ਜ਼ਿਕਰ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਨੇ, ਬਈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਂਝ ਤੇ ਬਾਕੀ ਸੰਸਾਰੀ ਪਦਾਰਥਾਂ ਦੇ ਆਨੰਦ ਭਰੀਆਂ ਗੱਲਾਂ ਤਾਂ ਸਾਰੇ ਕਰਦੇ ਨੇ, ਪਰ ਆਨੰਦ ਮੈਂ ਤਾਂ ਗੁਰੂ ਤੋਂ ਜਾਣਿਆ। ਸਹੀ ਆਨੰਦ ਜਿਹੜਾ ਹੈ, ਗੁਰੂ ਸਾਹਿਬ ਕਹਿੰਦੇ ਨੇ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ। ਉਹ ਪਿਆਰਾ ਪਰਮਾਤਮਾ ਜਦੋਂ ਕਿਰਪਾ ਕਰੇ ਅਤੇ ਫਿਰ ਗੁਰੂ ਦੇ ਰਾਹੀਂ, ਗੁਰੂ ਦੀ ਮੱਤ 'ਤੇ ਤੁਰ ਕੇ ਆਨੰਦ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ। ਜਦੋਂ ਗਿਆਨ ਦਾ ਸੁਰਮਾ ਨੇਤਰਾਂ 'ਚ ਪ੍ਰਭੂ ਨੇ ਪਾਇਆ ਗੁਰੂ ਦੇ ਰਾਹੀਂ, ਤਾਂ ਕਰ ਕਿਰਪਾ ਕਿਲਵੇ ਕੇ ਕੱਟੇ, ਫਿਰ ਸਾਰੇ ਪਾਪ ਦੁੱਖ ਕੀਤੇ ਕਰਮ ਸਾਰੇ ਇਕੱਠੇ ਗਏ। ਹੁਣ ਕਿਸੇ ਪਾਪ ਕਰਮ ਵਾਲੇ ਪਾਸੇ ਮਨ ਭਟਕਦਾ ਨਹੀਂ, ਜਿਹੜਾ ਦੁੱਖ ਦਾ ਕਾਰਨ ਹੈ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਫਿਰ ਇਹੋ ਜਿਹੇ ਬੰਦਿਆਂ ਦਾ ਅੰਦਰੋਂ ਮੋਹ ਟੁੱਟ ਜਾਂਦਾ ਹੈ। ਇਹ ਹਉਮੈ ਦੀ ਜਿਹੜੀ ਬਿਰਤੀ ਹੈ, ਮੈਂ ਵਾਲੀ ਬਿਰਤੀ, ਸੰਸਾਰ ਨਾਲ ਪਿਆਰ, ਮੋਹ ਵਾਲੀ ਬਿਰਤੀ ਟੁੱਟ ਜਾਂਦੀ ਹੈ, ਕਿਉਂਕਿ ਸ਼ਬਦ ਦੇ ਰਾਹੀਂ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਉਹ ਸ਼ਬਦ ਵਿੱਚ ਟਿਕ ਕੇ ਸਮਰ ਜਾਂਦੇ ਨੇ। ਕਹਿ ਨਾਨਕ ਇਹ ਆਨੰਦ ਹੈ, ਇਹ ਹੈ ਆਨੰਦ।
ਆਨੰਦ ਗੁਰੂ ਤੇ ਜਾਣਿਆ। ਤੇ ਜਦੋਂ ਇਹ ਗੁਰੂ ਤੋਂ ਆਨੰਦ ਜਾਣਿਆ ਤੇ ਇਸੇ ਬਾਣੀ ਦੇ ਆਰੰਭ ਵਿੱਚ ਗੁਰੂ ਪਾਤਸ਼ਾਹ ਕਹਿ ਉੱਠੇ, ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਤੋਂ ਪਾਇਆ ਸਹਿਜ ਛੇਤੀ ਮਨ ਵਜੀਆਂ ਬਾਦ ਆਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ। ਹੁਣ ਮੈਨੂੰ ਇਹ ਮੇਰੀ ਮਾਂ ਮੈਨੂੰ ਇਤਨਾ ਆਨੰਦ ਹੋਇਆ ਕਿਉਂਕਿ ਮੈਂ ਸਤਿਗੁਰੂ ਨੂੰ ਪ੍ਰਾਪਤ ਕੀਤਾ। ਜਦੋਂ ਸਤਿਗੁਰੂ ਨੂੰ ਪਾਇਆ ਤਾਂ ਮਨ ਵਜੀਆਂ ਵਧਾਈਆਂ, ਮਨ ਵਿੱਚ ਮਾਨੋ ਇਤਨੇ ਖੁਸ਼ੀਆਂ ਦੇ ਬਾਜੇ ਵੱਜੇ ਜਿਵੇਂ ਮੈਂ ਵਧਾਈਆਂ ਦਾ ਪਾਤਰ ਬਣ ਗਿਆ। ਸਤਿਗੁਰੂ ਤੋਂ ਪਾਇਆ ਸਹਿਜ ਛੇਤੀ, ਸਹਿਜ ਅਵਸਥਾ ਰਹੀ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ। ਮੇਰੇ ਆਲੇ ਦੁਆਲੇ ਮਾਨੋ ਕਈ ਕਿਸਮ ਦੇ ਰਾਗ ਨਾਦਾਂ ਦਾ ਜੋ ਆਨੰਦ ਹੁੰਦਾ ਹੈ ਅਤੇ ਨਾਚ ਗਾਣੇ ਹੁੰਦੇ ਹਨ ਅਤੇ ਆਨੰਦ ਬੰਦਾ ਮਹਿਸੂਸ ਕਰਦਾ ਹੈ, ਉਹ ਆਨੰਦ ਮੈਂ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਮੱਤ ਪ੍ਰਾਪਤ ਕਰਕੇ ਪ੍ਰਾਪਤ ਕਰ ਲਿਆ ਹੈ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਏ, ਇਸ ਲਈ ਭਾਈ ਉਹ ਪਰਮਾਤਮਾ ਦਾ ਸ਼ਬਦ ਰੱਬੀ ਬਾਣੀ ਨੂੰ ਗਾਵੋ, ਹਰੀ ਕੇਰਾ ਸ਼ਬਦ ਗਾਵੋ, ਜਿਨ੍ਹਾਂ ਦੇ ਵੀ ਮਨ ਵਿੱਚ ਇਹ ਵਸ ਜਾਂਦਾ ਹੈ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਨਾਨਕ, ਉਹਨਾਂ ਨੂੰ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ਜਿਹੜੇ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦੇ ਸਾਰੇ ਮਨੋਰਥ ਹੀ ਪੂਰੇ ਹੋ ਜਾਂਦੇ ਨੇ। ਆਨੰਦ ਸੁਣੋ ਬੜ ਭਾਗੀ ਉਹ ਸਗਲ ਮਨੋਰਥ ਪੂਰੇ। ਇਹ ਹੈ ਆਨੰਦ ਦੀ ਵਿਆਖਿਆ। ਆਨੰਦ ਸੁਣੋ ਕੀ ਹੈ ਆਨੰਦ, ਕਿ ਸਾਰੇ ਮਨੋਰਥ ਹੀ ਪੂਰੇ ਹੋ ਗਏ, ਬੰਦੇ ਨੂੰ ਕੋਈ ਕਮੀ ਲੱਗਦੀ ਨਹੀਂ, ਕਿਸੇ ਗੱਲੋਂ ਊਨਾਪਣ ਮਹਿਸੂਸ ਨਹੀਂ ਹੁੰਦਾ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤੇ ਸਾਰੇ ਝੋਰੇ ਦੁੱਖ ਦਲਿੱਦਰ ਦੂਰ ਹੋ ਗਏ, ਉਤਰੇ ਸਗਲ ਵਿਸੂਰੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਰੱਬੀ ਬਾਣੀ ਸੱਚੀ ਬਾਣੀ ਸਤਿਗੁਰੂ ਦੀ ਸੁਣੀ ਤਾਂ ਦੁੱਖ ਰੋਗ ਸੰਤਾਪ ਸਾਰੇ ਖਤਮ ਹੋ ਗਏ। ਸੰਤ ਸਾਜਨ ਭੇਦ ਸਹਿ ਰਸੇ ਪੂਰੇ ਗੁਰ ਤੇ ਜਾਣੀ। ਤੋ ਐਸੇ ਸੰਤ ਸੱਜਣ ਜਿਹੜੇ ਗੁਰੂ ਦੀ ਬਾਣੀ ਤੋਂ ਤੁਰਦੇ ਨੇ ਉਹ ਰਸ ਨਾਲ ਭਰੇ ਗਏ। ਇਸ ਨੂੰ ਅਸੀਂ ਸਰਸੇ ਨਾ ਪੜ੍ਹਿਆ ਕਰੀਏ, ਸਰਸੇ ਨਹੀਂ ਹੈ, ਸਹਿ ਰਸੇ, ਰਸ ਨਾਲ ਭਰੇ ਹੋਏ। ਸਹਿ ਰਸੇ ਪੂਰੇ ਗੁਰ ਤੇ ਜਾਣੀ। ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਹ ਸੱਚੀ ਬਾਣੀ ਜਾਣ ਲਈ ਉਹ ਰਸ ਨਾਲ ਭਰ ਗਏ, ਆਨੰਦ ਵਾਲੇ ਰਸ ਨਾਲ। ਸੁਣਤੇ ਪੁਨੀਤ ਕਹਤੇ ਪੀਤ, ਐਸੇ ਨਾਮ ਸੁਣਨ ਵਾਲੇ ਪਵਿੱਤਰ ਹੋ ਗਏ, ਕਹਿਣ ਵਾਲੇ ਪਵਿੱਤਰ ਹੋ ਗਏ। ਸਤਿਗੁਰ ਰਿਹਾ ਭਰਪੂਰੇ, ਉਹਨਾਂ ਨੂੰ ਸਤਿਗੁਰ ਦੇ ਰਾਹੀਂ ਪ੍ਰਮਾਤਮਾ ਹਰ ਪਾਸੇ ਭਰਪੂਰ ਨਜ਼ਰੀ ਆ ਗਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਨਾਨਕ ਬੇਨਤੀ ਕਰਦਾ ਹੈ ਕਿ ਜਿਹੜੇ ਇਸ ਤਰ੍ਹਾਂ ਗੁਰੂ ਦੇ ਰਾਹੀਂ ਪ੍ਰਭੂ ਚਰਨਾਂ ਨਾਲ ਜੁੜ ਗਏ, ਗੁਰੂ ਚਰਨਾਂ ਨਾਲ ਜੁੜ ਗਏ, ਉਹਨਾਂ ਦੇ ਅੰਦਰ ਵਾਜੇ ਅਨਹਦ ਤੂਰੇ, ਇੱਕ ਰਸ ਤੂਰੇ ਵੱਜਦੇ ਨੇ। ਭਾਵ ਐਸੀ ਆਨੰਦਮਈ ਅਵਸਥਾ ਬਣਦੀ ਹੈ ਕਿ ਮਾਨੋ ਜਿਸ ਤਰ੍ਹਾਂ ਅੰਦਰ ਕਈ ਤਰ੍ਹਾਂ ਦੇ ਸਾਜ਼ ਨਾਦ ਵੱਜ ਰਹੇ ਹੋਣ। ਅਸੀਂ ਜਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਤੈ ਨਾਦ ਵਿਨੋਦ ਕੋਟ ਆਨੰਦ। ਵੀ ਜਦੋਂ ਇਹ ਗਿਆਨੀ ਅਵਸਥਾ ਬੰਦਾ ਪੁੱਜਦਾ ਹੈ, ਸਤਿਗੁਰੂ ਦੀ ਬਾਣੀ ਰਾਹੀਂ ਗਿਆਨ ਪ੍ਰਾਪਤੀ ਕਰਦਾ ਹੈ, ਅਤੇ ਉੱਥੇ ਕਈ ਤਰ੍ਹਾਂ ਦੇ ਨਾਦ ਕੋਤਕ ਤਮਾਸ਼ਿਆਂ ਵਰਗੇ ਆਨੰਦ ਮਹਿਸੂਸ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਅੰਦਰ ਕੋਈ ਢੋਲਕੀਆਂ ਬਾਜੇ ਵੱਜਦੇ ਨੇ ਜਾਂ ਮਨ ਵਿੱਚ ਕੋਈ ਐਸੇ ਕੋਈ ਨਾਚ ਗਾਣੇ ਹੋਣੇ ਸ਼ੁਰੂ ਹੋ ਜਾਂਦੇ, ਨਹੀਂ। ਇਹਦਾ ਭਾਵ ਹੈ ਕਿ ਜਿਹੜਾ ਆਨੰਦ ਅਸੀਂ ਬਾਹਰੋਂ ਸਦੀਵੀ ਨਹੀਂ ਵਕਤੀ ਤੌਰ 'ਤੇ ਕੁਝ ਨਾਚ ਗਾਣਿਆਂ 'ਚੋਂ ਪ੍ਰਾਪਤ ਕਰਦੇ ਸਾਂ ਆਨੰਦ, ਉਹ ਤੋਂ ਵੀ ਕਈ ਗੁਣਾ ਪਿਆਰਾ ਆਨੰਦ ਮਨ ਵਿੱਚ ਆਤਮਕ ਅਵਸਥਾ ਵਿੱਚ ਆਨੰਦ ਮਹਿਸੂਸ ਹੁੰਦਾ ਹੈ ਜਦੋਂ ਨਾਮ ਦੀ ਪ੍ਰਾਪਤੀ ਕਰਦਾ ਹੈ। ਪਰ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਇਹ ਆਨੰਦ ਪ੍ਰਾਪਤ ਕਰੀਏ ਪਰਮਾਤਮਾ ਨਾਮ ਜਪ ਕੇ। ਰਸਨਾ ਜਪੀਆ ਏਕ ਨਾਮ ਇਹਾਂ ਸੁਖ ਆਨੰਦ ਕਣਾ ਆ ਗਿਆ ਜੀ ਕੈ ਸੰਗ ਕਾਮ। ਜਦੋਂ ਅਸੀਂ ਰਸਨ ਨਾਲ ਸਤਿਗੁਰੂ ਦੇ ਲੜ ਲੱਗ ਕੇ ਸਿਮਰਨ ਦੀ ਆਦਤ ਪਾਵਾਂਗੇ, ਨਾਮ ਜਪਾਂਗੇ, ਇਹਾਂ ਸੁਖ ਆਨੰਦ, ਇੱਥੇ ਸੁਖ ਆਨੰਦ ਹੋ ਜਾਣਗੇ। ਇਹਾਂ ਸੁਖ ਆਨੰਦ ਕਣਾ ਬਹੁਤ ਜ਼ਿਆਦਾ ਆ ਗਏ ਜੀ ਕੈ ਸੰਗ ਕਾਮ। ਅਤੇ ਅੱਗੇ ਵੀ ਇਸ ਜੀਵਾਤਮਾ ਦੇ ਕੰਮ ਆਉਂਦਾ ਸਰੀਰ ਤਿਆਗਿਆ। ਮੈਂ ਮਾਤਾ ਕੀ ਕੀਤੇ ਗਣੀ ਹੈ ਜਨ ਪਾਰ ਰੰਗ ਰਾਤੇ, ਸੂਖ ਸਹਿਜ ਆਨੰਦ ਤਿੰਨਾ ਸੰਗ ਹੁਣ ਸੰਸਰ ਅਵਰ ਨਾ ਦਾਤੇ। ਵੀ ਮਹਿਮਾ ਤਾਂ ਕਿ ਕੀਤੇ ਗਣੀ ਹੈ, ਉਹਨਾਂ ਗੁਰਮੁਖਾਂ ਦੀ ਮਹਿਮਾ ਨਹੀਂ ਗਣੀ ਜਾ ਸਕਦੀ। ਜਨ ਪਾਰ ਬ੍ਰਹਮ ਰੰਗ ਰਾਤੇ, ਜਿਹੜੇ ਪਰਮਾਤਮਾ ਦੇ ਰੰਗ ਵਿੱਚ, ਉਹਦੀ ਭਗਤੀ ਦੇ ਰੰਗ ਵਿੱਚ ਰੰਗੇ ਗਏ, ਜਿਹਨੂੰ ਨਾਮ ਦਾ ਰੰਗ ਲੱਗ ਗਿਆ। ਸੁਖ ਸਹਿਜ ਆਨੰਦ ਤਿੰਨਾ, ਉਹਨਾਂ ਨੂੰ ਸਦਾ ਸੁਖ ਸਹਿਜ ਆਨੰਦ ਹੁੰਦਾ ਹੈ। ਹੁਣ ਸੰਸਰ ਅਵਰ ਨਾ ਦਾਤੇ, ਉਹਨਾਂ ਦੇ ਬਰਾਬਰ ਦਾ ਕੋਈ ਹੋਰ ਦਾਤਾ ਨਹੀਂ ਹੁੰਦਾ, ਉਹਨਾਂ ਕੋਲ ਇਹ ਆਨੰਦ ਦੀ ਦਾਤ ਹੁੰਦੀ ਹੈ। ਤਪਤ ਮੈਂ ਠਾਂਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ। ਇਸ ਤਪਤੇ ਹਿਰਦੇ ਵਿੱਚ ਠੰਡ ਪੈ ਗਈ, ਜਿਹੜਾ ਵਿਕਾਰਾਂ ਦੀ ਤਪਸ਼, ਤ੍ਰਿਸ਼ਨਾ ਦੀ ਤਪਸ਼ ਚੱਲ ਰਿਹਾ ਸੀ। ਆਨੰਦ ਪਿਆ ਦੁੱਖ ਨਾਠੇ ਪਾਈ। ਫਿਰ ਆਨੰਦ ਹੋਇਆ ਜਦੋਂ ਇਹ ਸਾਰੀ ਤ੍ਰਿਸ਼ਨਾ ਮੁੱਕ ਗਈ, ਲੋਭ ਲਾਲਚ ਮੁੱਕ ਗਏ। ਆਨੰਦ ਪਿਆ ਦੁੱਖ ਨਾਠੇ ਪਾਈ, ਦੁੱਖ ਨੱਠ ਗਏ। ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ। ਜਦੋਂ ਗੁਰੂ ਦੇ ਪੂਰਨ ਉਪਦੇਸ਼ ਦੇ ਨਾਲ ਸਾਰੇ ਜਨਮ ਮਰਨ ਦੇ ਅੰਦੇਸ਼ੇ ਮਿਟ ਗਏ, ਜਨਮ ਮਰਨ ਦੇ ਗੇਟ ਤੋਂ ਉੱਪਰ ਆਤਮ ਅਵਸਥਾ ਉੱਠ ਗਈ। ਇਹ ਹੈ ਜੀ ਆਨੰਦ ਦੀ ਵਿਆਖਿਆ। ਤੋ ਇਹ ਆਨੰਦ ਤੇ ਨਾਮ ਜਪਿਆ ਹੈ। ਸਤਿਗੁਰੂ ਦੀ
ਮਤ ਧਾਰਨ ਕੀਤੇ ਆਨੰਦ ਹੈ, ਰੱਬ ਦੀ ਰਜ਼ਾ ਵੀ ਤੁਰਿਆ, ਪ੍ਰਭੂ ਦੇ ਭਾਣੇ ਵੀ ਤੁਰੇ ਆਨੰਦ ਹੈ। ਤੇ ਫਿਰ ਗੁਰੂ ਸਾਹਿਬ ਨੇ ਆਨੰਦ ਕਾਰਜ ਨੂੰ ਆਨੰਦ ਕਿਉਂ ਕਿਹਾ, ਇਸ ਗੱਲ ਨੂੰ ਅਸੀਂ ਕੱਲ੍ਹ ਪੂਰਨ ਤੌਰ 'ਤੇ ਸਮਝਾਂਗੇ। ਕੁਝ ਆਰੰਭਤਾ ਇਸ ਦੀ ਕਰਦੇ ਹਾਂ। ਦਰਅਸਲ ਪਰਮਾਤਮਾ ਦੀ ਪ੍ਰਾਪਤੀ ਹੀ ਸਹੀ ਆਨੰਦ ਦਾ ਮੂਲ ਹੈ, ਪਰ ਇਸ ਆਨੰਦ ਲਈ ਸਾਨੂੰ ਸਭ ਤੋਂ ਵੱਡਾ ਸਾਧਨ ਗੁਰੂ ਜੀ ਨੇ ਦਿੱਤਾ ਸਤਸੰਗਤ ਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਹਰੀ ਦੀ ਕਿਰਤ ਕਮਾਈ ਜਿਹੜੀ ਹੈ ਉਹ ਸਾਧ ਸੰਗਤ ਹੀ ਹੈ, ਜਿਹੜੀ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ। ਸਿਰ ਕਰਮਨ ਕੇ ਕਰਮਾ ਕੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਇਹ ਨਾਨਕ ਇਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਪੁਰਬ ਲਿਖੇ ਕਰ ਲੈਣਾ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਇਹ ਲਿਖਿਆ ਹੋਵੇ ਵੀ ਉਹਨਾਂ ਨੇ ਸਤਸੰਗਤ ਕਰਨੀ ਹੈ, ਗੁਰੂ ਦੀ ਮੱਤ ਲੈਣੀ ਹੈ ਅਤੇ ਆਪਣੇ ਮਨ ਵਿੱਚ ਆਨੰਦਮਈ ਅਵਸਥਾ ਦਾ ਆਨੰਦ ਮਾਣਨਾ ਹੈ। ਇਹ ਸਤਸੰਗਤ ਤੋਂ ਕਿਰਤ ਹੁੰਦੀ ਹੈ। ਗੁਰਮਤਿ ਵਿੱਚ ਸਾਧ ਸੰਗਤ ਦੀ ਬੜੀ ਭਾਰੀ ਮਹੱਤਤਾ ਹੈ। ਹੁਣ ਬੰਦਾ ਹਰ ਵੇਲੇ ਤਾਂ ਸਾਧ ਸੰਗਤ ਨਹੀਂ ਕਰ ਸਕਦਾ। ਅਸੀਂ ਗੁਰੂ ਘਰ ਜਾਂਦੇ ਹਾਂ, ਸੰਗਤ ਕਰਦੇ ਹਾਂ, ਕਿਸੇ ਸਤਸੰਗ ਵਿੱਚ ਜਾਂਦੇ ਸੰਗਤ ਕਰਦੇ ਹਾਂ, ਪਰ ਘਰ ਗ੍ਰਸਤੀ ਜਦੋਂ ਲੱਗੇ ਹਾਂ ਉੱਥੇ ਅਸੀਂ ਸੰਗਤ ਕਿਹਦੀ ਕਰੀਏ। ਤੋ ਇਸ ਲਈ ਆਨੰਦ ਕਾਰਜ ਜਿਹੜਾ ਹੈ, ਇਹ ਵਿਆਹ ਜਿਹੜਾ ਸਿੱਖ ਪੰਥ ਦੀ ਮਰਿਆਦਾ ਅਨੁਸਾਰ ਹੁੰਦਾ ਹੈ, ਜਿਹਨੂੰ ਆਨੰਦ ਕਾਰਜ ਕਹਿੰਦੇ ਹਾਂ, ਇਹ ਹੁੰਦਾ ਹੀ ਗੁਰਸਿੱਖਾਂ ਦਾ ਹੈ। ਅੰਮ੍ਰਿਤਧਾਰੀ ਨਿਤਨੇਮੀ ਗੁਰਸਿੱਖਾਂ ਦਾ ਹੁੰਦਾ ਹੈ। ਸਿੱਖ ਦੇ ਜੀਵਨ ਦਾ ਪਹਿਲਾ ਕਾਰਜ ਹੈ ਜਨਮ ਸੰਸਕਾਰ, ਦੂਜਾ ਹੈ ਅੰਮ੍ਰਿਤ ਸੰਸਕਾਰ ਅਤੇ ਤੀਜਾ ਹੈ ਆਨੰਦ ਸੰਸਕਾਰ। ਵੀ ਪਹਿਲਾਂ ਬੰਦੇ ਦਾ ਜਨਮ ਹੁੰਦਾ, ਉਸ ਤੋਂ ਬਾਅਦ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਿਆ ਹੋਣਾ ਚਾਹੀਦਾ। ਗੁਰੂ ਵਾਲਿਆਂ ਦਾ ਆਨੰਦ ਕਾਰਜ ਹੁੰਦਾ ਹੈ, ਅਨੁਮਤੀਆਂ ਦਾ ਆਨੰਦ ਕਾਰਜ ਨਹੀਂ ਹੁੰਦਾ। ਤੋ ਇਸ ਲਈ ਗੁਰੂ ਵਾਲੇ ਜਿਹੜੇ ਨੇ ਉਹ ਅਗਰ ਪਤਨੀ ਵੀ ਗੁਰਸਿੱਖ ਹੈ, ਪਤੀ ਵੀ ਗੁਰਸਿੱਖ ਹੈ, ਤਾਂ ਉਹ ਕਮ ਸੇ ਕਮ ਜਦੋਂ ਹੋਰ ਸੰਗਤ ਨਹੀਂ ਹੈ, ਦੋ ਗੁਰਸਿੱਖਾਂ ਦੀ ਸੰਗਤ ਹੀ ਹੁੰਦੀ ਹੈ। ਬਈ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਗੁਰਸਿੱਖ ਆ ਮਿਲੇ। ਅਤੇ ਅਗਰ ਪਤਨੀ ਵੀ ਗੁਰਸਿੱਖ ਹੈ, ਪਤੀ ਵੀ ਗੁਰਸਿੱਖ ਹੈ, ਅਤੇ ਇਹ ਸਤਸੰਗਤ ਹੋ ਜਾਂਦੀ ਹੈ, ਉਹਨਾਂ ਦੀ ਘਰ ਦੇ ਵਿੱਚ ਬੈਠੇ ਵੀ ਸੰਗਤ ਹੋ ਜਾਂਦੀ ਹੈ। ਤੋ ਇਸ ਵਿਸ਼ੇ ਨੂੰ ਅਸੀਂ ਕੱਲ੍ਹ ਹੋਰ ਅੱਗੇ ਵਧਾਵਾਂਗੇ। ਬਈ ਗੁਰੂ ਸਾਹਿਬ ਨੇ ਇਸ ਵਿਆਹ ਸ਼ਾਦੀ ਨੂੰ ਇੰਨਾ ਵੱਡਾ ਮਾਣ ਆਨੰਦ ਕਾਰਜ ਦਾ ਕਿਉਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।